ਹਾਲਾਂਕਿ ਜਥੇਬੰਦੀਆਂ ਪੰਜਾਬ ਦੇ ਵਿੱਚ ਬੜੇ ਸਮੇਂ ਤੋਂ ਬਣਦੀਆਂ ਆ ਰਹੀਆਂ, ਜਥੇਬੰਦੀਆਂ ਦੇ ਵਿੱਚ ਪਾੜੇ ਪੈਂਦੇ ਆ ਰਹੇ ਨੇ। ਇੱਕ ਜਥੇਬੰਦੀ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਜਿਹੜਾ ਹੈਗਾ ਭਵਿੱਖ ਤੈਅ ਕਰੇਗੀ, ਕੁਝ ਨਵਾਂ ਲੈ ਕੇ ਵੀ ਇਹ ਕੇਵਲ ਹਵਾ 'ਚ ਛੱਡਿਆ ਨਾਮ ਨਹੀਂ ਹੈਗਾ, ਇਹਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ, ਕਿਉਂਕਿ ਵਾਰਿਸ ਜਿਹੜਾ ਉਹੀ ਹੋ ਸਕਦਾ ਜਿਹੜਾ ਵਾਲਦੀਅਤ ਨੂੰ ਸਾਂਭਦਾ ਹੈ। ਖਾਲਸਾ ਜਿਹੜਾ ਰੋਹ ਰੀਤਾਂ ਸੀ, ਗੁਰ ਕੀ ਨਿੰਦਾ ਸੁਣੇ ਨਾ ਕਾਨ, ਜਦੋਂ ਬੇਅਦਬੀ ਸ੍ਰੀ ਦਰਬਾਰ ਸਾਹਿਬ ਦੀ ਹੁੰਦੀ ਹੈ ਤਾਂ ਬਾਬਾ ਬੋਤਾ ਸਿੰਘ ਗਰਜਾ ਸਿੰਘ ਵੀ ਜਾਂਦੇ ਆ, ਸੁੱਖਾ ਸਿੰਘ ਮਹਿਤਾਬ ਸਿੰਘ ਵੀ ਉਸ ਸਮੇਂ ਦੇ ਮੁਤਾਬਕ ਖੜ੍ਹ ਜਾਂਦੇ ਜਾ ਕੇ। ਅੱਜ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਲਈ ਨੌਜਵਾਨ ਤਾਂ ਬਹੁਤ ਆ ਗਏ, ਪਰ ਬੇਅਦਬੀ ਦਾ ਉਹ ਦੁੱਖ ਉਸ ਤਰ੍ਹਾਂ ਕਿਸੇ ਨੇ ਨਹੀਂ ਮਨਾਇਆ ਜਿਸ ਤਰ੍ਹਾਂ ਉਹ ਸਿੰਘਾਂ ਨੇ ਮਨਾਇਆ ਸੀ। ਅੱਜ ਜਿਹੜੀ ਗੁਰਦੁਆਰਿਆਂ ਦੇ ਉੱਪਰ ਨੁਮਾਇੰਦਾ ਧਾਰਮਿਕ ਸੰਸਥਾਵਾਂ ਨੇ, ਉਹਨਾਂ ਦੀ ਚੋਣ ਇਲੈਕਸ਼ਨ 'ਚੋਂ ਆ ਰਹੀ ਹੈ। ਸੋ ਸਿਲੈਕਸ਼ਨ ਤੇ ਇਲੈਕਸ਼ਨ ਦੇ ਵਿੱਚ ਬੇਸਿਕ ਫਰਕ ਇਹੀ ਹੁੰਦਾ ਹੈ ਕਿ ਇਲੈਕਸ਼ਨ ਦੇ ਵਿੱਚ ਜਦੋਂ ਲੋਕ ਸਿਰਾਂ ਦੀ ਗਿਣਤੀ ਦੇ ਵਿੱਚੋਂ ਆਉਂਦੇ ਨੇ ਤੇ ਉਹਨਾਂ ਦੇ ਵਾਸਤੇ ਉਹਦਾ ਪ੍ਰਧਾਨ ਹੁੰਦਾ, ਧਰਮ ਪ੍ਰਧਾਨ ਨਹੀਂ ਹੁੰਦਾ। ਵਿਦੇਸ਼ਾਂ ਦੇ ਵਿੱਚ ਵੀ ਇੰਜ ਹੁੰਦਾ ਹੈ ਕਿ ਜੇ ਕਿਸੇ ਇੱਕ ਖਾਸ ਅਪਰ ਕਾਸਟ ਕਮਿਊਨਿਟੀ ਦਾ ਬੱਚਾ ਕਲਾਸ ਦੇ ਵਿੱਚ ਜਾ ਕੇ ਫਾਇਰਿੰਗ ਕਰਕੇ ਟੀਚਰ ਤੇ ਬੱਚਿਆਂ ਨੂੰ ਮਾਰ ਵੀ ਦਿੰਦਾ ਨਾ, ਤਾਂ ਸਰਕਾਰ ਦੇ ਕੋਲ ਉਹਦੇ ਕੋਲ ਬਚਾਉਣ ਦੇ ਵਾਸਤੇ ਬਹਾਨਾ ਹੁੰਦਾ ਕਿ ਬੱਚਾ ਮੈਂਟਲੀ ਤੌਰ ਤੇ ਡਿਸਟਰਬ ਸੀਗਾ। ਇਹੋ ਬਹਾਨਾ ਜਿਹੜਾ ਹੁਣ ਇੰਡੀਅਨ ਸਟੇਟ ਦੇ ਵੱਲੋਂ ਵਰਤਿਆ ਜਾਂਦਾ ਕਿ ਬੇਅਦਬੀ ਹੁੰਦੀ ਹੈ, ਬੰਦਾ ਡਰਾਈਵ ਕਰ ਸਕਦਾ, ਬੰਦਾ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲ ਸਕਦਾ, ਬੰਦਾ ਆਪਣੇ ਅਕਾਊਂਟ ਜਿਹੜੇ ਬੈਂਕ ਦੇ ਉਹ ਆਪਰੇਟ ਕਰ ਰਿਹਾ, ਪਰ ਜਦੋਂ ਬੇਅਦਬੀ ਦੀ ਗੱਲ ਆ ਕੇ ਸਿੱਖਾਂ ਦੇ ਵੱਲੋਂ ਸਜ਼ਾ ਦੇਣ ਦੀ ਗੱਲ ਹੁੰਦੀ, ਫਿਰ ਕਿਹਾ ਜਾਂਦਾ ਕਿ ਬੰਦਾ ਮਾਨਸਿਕ ਤੌਰ ਦੇ ਉੱਪਰ ਪਰੇਸ਼ਾਨ ਸੀ। ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟਾਸਕ ਫੋਰਸ ਜਿਹੜਾ ਕੀਤਾ ਹੈ, ਉਹਦੇ ਕੋਲ ਕੁਛ ਤਾਂ ਅਧਿਕਾਰਕ ਤਾਕਤਾਂ ਨਹੀਂ, ਕੁਛ ਸੰਵਿਧਾਨਕ ਤਾਕਤਾਂ ਨਹੀਂ ਕਿ ਇਵੇਂ ਦੇ ਬੰਦਿਆਂ ਨੂੰ, ਮੈਂ ਨਹੀਂ ਕਹਿੰਦਾ ਕਿ ਜਾਨੋਂ ਮਾਰ ਦੇਣਾ, ਪਰ ਇੱਕ ਸਖਤ ਸਜ਼ਾ ਤਾਂ ਦਿੱਤੀ ਜਾ ਸਕਦੀ ਹੈ। ਪਰ ਉਹਨਾਂ ਦੇ ਕੋਲ ਕੋਈ ਵੀ ਇਸ ਤਰ੍ਹਾਂ ਦੀ ਸੰਵਿਧਾਨਕ ਤਾਕਤ ਮੈਨੂੰ ਲੱਗਦਾ ਜੇ ਹੈ ਵੀ ਹੈ ਤਾਂ ਵਰਤੋਂ ਸਿੱਖਾਂ ਦੇ ਉੱਪਰ ਤਾਂ ਜ਼ਰੂਰ ਕੀਤੀ ਜਾਂਦੀ ਹੈ। ਤੁਸੀਂ ਸਰੂਪਾਂ ਦੇ ਵਾਸਤੇ, ਬੇਅਦਬੀ ਦੇ ਵਾਸਤੇ ਕੋਈ ਮੋਰਚਾ ਲਾਓ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਖਿਲਾਫ ਕੋਈ ਗੱਲ ਕਰੋ, ਤੇ ਤੁਹਾਨੂੰ ਇਹੀ ਟਾਸਕ ਫੋਰਸ ਜਿਹੜੀ ਆ ਪਰਿਕਰਮਾ 'ਚ ਲੰਮੇ ਪਾ ਕੇ ਕੁੱਟਦੀ ਹੈ। ਤੁਹਾਨੂੰ ਲੱਗਦਾ ਹੈ ਕਿ ਸਿੱਖ ਸ਼ਸਤਰ ਦੇ ਮਾਰਿਆਂ ਨਹੀਂ ਮਰਦੇ ਤੇ ਸ਼ਾਸਤਰ ਦੀ ਸਿੱਖਾਂ ਨੂੰ ਸਮਝ ਨਹੀਂ ਹੈਗੀ, ਸ਼ਾਸਤਰ ਨਾਲ ਮਾਰ ਦਿੱਤਾ ਜਾਂਦਾ ਸਿੱਖਾਂ ਨੂੰ, ਤੇ ਇਹ ਨੀਤੀ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ? ਕਈ ਵਾਰੀ ਚੀਜ਼ ਹੁੰਦੀ ਹੈ ਆਪਸ਼ਨਲ, ਕਈ ਵਾਰੀ ਚੀਜ਼ ਹੁੰਦੀ ਕੰਪਲਸਰੀ, ਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ 52 ਹੁਕਮਾਂ ਦੇ ਵਿੱਚ ਕੰਪਲਸਰੀ ਹੁਕਮ ਕੀਤਾ ਰਾਜਨੀਤੀ ਵੀ ਪੜ੍ਹਨੀ, ਕਿਉਂਕਿ ਰਾਜ ਸੱਤਾ ਦੀ ਪ੍ਰਾਪਤੀ ਦੇ ਵਾਸਤੇ ਰਾਜਨੀਤੀ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਸਿਆਸਤ ਦੇ ਉੱਪਰ ਕਾਬਜ਼ ਹੋਣ ਦੇ ਵਾਸਤੇ ਤੁਹਾਨੂੰ ਰਾਜਨੀਤੀ ਸ਼ਾਸਤਰ ਤੇ ਨੀਤੀ ਸ਼ਾਸਤਰ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ। ਮੈਂ ਸਤਨਾਮ ਸਿੰਘ ਹਾਂ, ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਖੜ੍ਹੇ ਹਾਂ, ਜਿੱਥੇ ਦੀਪ ਸਿੱਧੂ ਵੱਲੋਂ ਤੇ ਹੋਰ ਸ਼ਖਸੀਅਤਾਂ ਜਿਹੜੀਆਂ ਪੰਜਾਬ ਦਾ ਦਰਦ ਰੱਖਣ ਦਾ ਦਾਅਵਾ ਕਰਦੀਆਂ ਨੇ ਕਿ ਅਸੀਂ ਪੰਜਾਬ ਨੂੰ ਹੱਸਦਾ ਵਸਦਾ ਦੇਖਣਾ ਚਾਹੁੰਦੇ ਹਾਂ, ਪੰਜਾਬ ਦਾ ਦਰਦ ਹੈ ਸਾਡੇ ਮਨ ਦੇ ਵਿੱਚ, ਉਹ ਇਕੱਠੇ ਹੋਏ ਨੇ ਤੇ ਇੱਕ ਜਥੇਬੰਦੀ ਦਾ ਆਗਾਜ਼ ਕੀਤਾ ਗਿਆ ਜਿਸ ਦਾ ਨਾਮ ਹੈ ਵਾਰਿਸ ਪੰਜਾਬ ਦੇ। ਸੋ ਅੱਜ ਪ੍ਰੈਸ ਕਾਨਫਰੰਸ ਰੱਖੀ ਜਾਂਦੀ ਹੈ ਜਿਸ ਦੇ ਵਿੱਚ ਵਿਦਵਾਨ ਵੀ ਸ਼ਾਮਲ ਹੁੰਦੇ ਨੇ। ਸੋ ਸਾਡੇ ਨਾਲ ਨੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ, ਸਿੱਖ ਵਿਦਵਾਨ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੋ ਪੰਜਾਬ ਦੇ ਵਿੱਚ ਸਮੀਕਰਨ ਨੇ ਜਾਂ ਵਾਰਿਸ ਪੰਜਾਬ ਦੇ ਨੂੰ ਲੈ ਕੇ ਕੀ ਇਹਨਾਂ ਦੇ ਜਿਹੜੇ ਹੈਗੇ ਖਿਆਲਾਤ ਨੇ, ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਕਿਸ ਤਰ੍ਹਾਂ ਦੇਖਦੇ ਜੀ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਆਗਾਜ਼ ਹੋਇਆ? ਹਾਲਾਂਕਿ ਜਥੇਬੰਦੀਆਂ ਪੰਜਾਬ ਦੇ ਵਿੱਚ ਬੜੇ ਸਮੇਂ ਤੋਂ ਬਣਦੀਆਂ ਆ ਰਹੀਆਂ, ਜਥੇਬੰਦੀਆਂ ਦੇ ਵਿੱਚ ਪਾੜੇ ਪੈਂਦੇ ਆ ਰਹੇ ਨੇ। ਇੱਕ ਜਥੇਬੰਦੀ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਜਿਹੜਾ ਹੈਗਾ ਭਵਿੱਖ ਤੈਅ ਕਰੇਗੀ, ਕੁਝ ਨਵਾਂ ਲੈ ਕੇ ਆਏਗੀ? ਵੇਖੋ, ਰਾਜਸੀ ਤੌਰ ਦੇ ਉੱਪਰ ਤੇ ਅਜੇ ਕਿਸੇ ਵੀ ਕਿਆਸ ਰਾਈ ਨੂੰ ਕਹਿ ਸਕਦੇ ਹੋ ਕਿ ਸੋਚਿਆ ਜਾਂ ਵਿਚਾਰਿਆ ਨਹੀਂ ਜਾ ਸਕਦਾ, ਨਾ ਹੀ ਅਜੇ ਕੋਈ ਸੰਭਾਵਨਾ ਲੱਗਦੀ ਹੈ। ਵੇਖੋ, ਇੰਨਾ ਜ਼ਰੂਰ ਹੈ ਕਿ ਜਿਹੜਾ ਪੰਜਾਬ ਦੀ ਅੱਜ ਵੀ ਜਿਹੜੀ ਰਾਜਨੀਤਿਕ ਤੌਰ ਦੇ ਉੱਪਰ ਅਸਥਿਰਤਾ ਬਣੀ ਹੋਈ ਹੈ, ਉਸ ਅਸਥਿਰਤਾ ਦੇ ਮੱਦੇਨਜ਼ਰ ਪੰਜਾਬ ਦਾ ਨੌਜਵਾਨ ਕਿਤੇ ਨਾ ਕਿਤੇ ਇਹ ਜ਼ਰੂਰ ਮਹਿਸੂਸ ਕਰਦਾ ਹੈ ਕਿ ਰਾਜਸੀ ਪੱਧਰ ਦੇ ਉੱਪਰ, ਵਿਦਿਅਕ ਪੱਧਰ ਦੇ ਉੱਪਰ, ਇੰਪਲੋਇਮੈਂਟ, ਰੁਜ਼ਗਾਰ, ਜਿੰਨਾ ਕੁਛ ਵੀ ਹੈ, ਉਹਦਾ ਸਾਰਾ ਭਵਿੱਖ ਧੁੰਦਲਾ ਹੈ। ਤਾਂ ਜਿੰਨੇ ਵੀ ਇੱਥੇ ਨੌਜਵਾਨ ਆਏ ਹੋਏ ਨੇ, ਕਿਤੇ ਨਾ ਕਿਤੇ ਉਹ ਇਸ ਚਿਣਗ ਨੂੰ ਆਪਣੇ ਮਨ ਦੇ ਵਿੱਚ ਜ਼ਰੂਰ ਰੱਖਦੇ ਨੇ ਕਿ ਪੰਜਾਬ ਦੇ ਅੱਜ ਦੇ ਸਿਆਸੀ ਅਸਥਿਰਤਾ ਵਾਲੇ ਮਾਹੌਲ ਦੇ ਵਿੱਚ ਪੰਜਾਬ ਦਾ ਜਿਹੜਾ ਭਵਿੱਖ ਹੈ ਉਹ ਉਜਵਲ ਨਹੀਂ ਹੋ ਸਕਦਾ, ਉਹ ਧੁੰਦਲਾ ਰਹੇਗਾ। ਸੋ ਉਸ ਆਸ ਦੇ ਵਿੱਚ ਜੇਕਰ ਅਸੀਂ ਵੇਖੀਏ ਤੇ ਇਹਨਾਂ ਵੀਰਾਂ ਦੇ ਵੱਲੋਂ ਕੀਤਾ ਗਿਆ ਜਿਹੜਾ ਉਪਰਾਲਾ ਹੈ ਉਹ ਇੱਕ ਚੰਗੀ ਸ਼ੁਰੂਆਤ ਹੈ। ਪਰ ਫਿਰ ਇਹੀ ਗੱਲ ਹੁੰਦੀ ਹੈ ਕਿ ਜਦੋਂ ਅਸੀਂ ਇਵੇਂ ਦੀਆਂ ਸੋਸ਼ਲ ਆਰਗੇਨਾਈਜੇਸ਼ਨ ਦੀ ਸ਼ੁਰੂਆਤ ਕਰਦੇ ਹਾਂ, ਉਹਨਾਂ ਦਾ ਆਰੰਭ ਤਾਂ ਬੜੇ ਜ਼ੋਰ ਸ਼ੋਰ ਦੇ ਨਾਲ ਕੀਤਾ ਜਾਂਦਾ ਹੈ, ਪਰ ਜਦੋਂ ਤੱਕ ਜੁੜੇ ਹੋਏ ਸਾਰੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ ਤਾਂ ਉਹਦੇ ਤੋਂ ਬਾਅਦ ਫਿਰ ਉਹ ਛੋਟੇ ਛੋਟੇ ਧੜੇ ਜਾਂ ਛੋਟੇ ਛੋਟੇ ਗਰੁੱਪ, ਜਿਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਛੋਟੀਆਂ ਛੋਟੀਆਂ ਸੁਸਾਇਟੀਆਂ ਹੁੰਦੀਆਂ ਨੇ, NGOs ਹੁੰਦੀਆਂ ਨੇ, ਉਸ ਤਰ੍ਹਾਂ ਦਾ ਉਹਨਾਂ ਦਾ ਰੂਪ ਬਣ ਕੇ ਰਹਿ ਜਾਂਦਾ ਹੈ। ਪਰ ਜੇਕਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਸਿਆਸੀ ਧਿਰ ਜਿਹਦੇ ਵਿੱਚ ਇੰਨੀ ਜ਼ਿਆਦਾ ਸਥਿਰਤਾ ਹੈ ਤੇ ਉਸ ਨੂੰ ਲੋਕਾਂ ਦੇ ਪ੍ਰਤੀ ਜਵਾਬਦੇਹ ਬਣਾਇਆ ਜਾਵੇ, ਤਾਂ ਇਹ ਜ਼ਰੂਰੀ ਹੈ ਕਿ ਵੇਖੋ, ਇਸ
ਅੱਜ ਦੇ ਸਮੇਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਮੈਂ ਅੰਦਰ ਉਸ ਵੇਲੇ ਬਾਹਰ ਆ ਗਿਆ ਸੀਗਾ ਕਿ ਇੱਕ ਸੋਸ਼ਲ ਆਰਗੇਨਾਈਜੇਸ਼ਨ ਦੇ ਤੌਰ ਤੇ ਸ਼ੁਰੂ ਕੀਤੀ ਵਾਰਿਸ ਪੰਜਾਬ ਦੇ ਨੂੰ। ਜੇਕਰ ਤੁਸੀਂ ਇੱਕ ਲੰਬਾ ਸਮਾਂ, ਇਹ ਨਹੀਂ ਕਿ ਇਹਦੇ ਨਤੀਜੇ ਕੱਲ੍ਹ ਜਾਂ ਪਰਸੋਂ ਹੀ ਸ਼ੁਰੂ ਹੋ ਸਕਦੇ ਨੇ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ RSS ਬਣੀ ਸੀਗੀ ਤਾਂ ਉਦੋਂ ਵੀ ਡਾਕਟਰ ਹੈਡਵੇਕਰ ਤੇ ਜਿਹੜੇ ਸੀਗੇ ਸਦਾਸ਼ਿਵ ਮੁੰਜੇ ਤੇ ਗੋਲਵਰਕਰ ਜਾਂ ਗੋਲਵਰਕਰ ਦੀ ਤੁਸੀਂ ਬੰਚ ਆਫ ਥਾਟਸ ਪੜ੍ਹ ਲਓ, ਤੇ ਉਹਦੇ ਵਿੱਚ ਇਹੀ ਸੀਗਾ ਕਿ ਇੱਕ ਸਮਾਜਿਕ ਸੰਗਠਨ ਹੈ ਤੇ ਉਹ ਦੁਨੀਆ ਦਾ ਇੰਨਾ ਵੱਡਾ ਸਮਾਜਿਕ ਸੰਗਠਨ ਬਣਿਆ ਕਿ ਉਹਦੇ ਵਿੱਚੋਂ ਕਹਿ ਸਕਦੇ ਹੋ ਕਿ ਰਾਜਨੀਤਿਕ ਧਿਰਾਂ, ਸਮਾਜ ਸੇਵੀ ਧਿਰਾਂ ਤੇ ਬਹੁਤ ਕੁਝ ਜਿਹੜਾ ਉਹਦੇ ਵਿੱਚੋਂ ਨਿਕਲ ਆਇਆ। ਸੋ ਇਹਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਇੰਨੇਵੇਂ ਦੇ ਜਿਹੜੇ ਸਮਾਜਿਕ ਸੰਗਠਨ ਹੋਂਦ ਵਿੱਚ ਆਉਂਦੇ ਨੇ ਉਹਦੇ ਵਿੱਚੋਂ ਭਵਿੱਖ ਦੇ ਵਿੱਚੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ। ਪਰ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਕਰਪਸ਼ਨ ਨਾ ਹੋਵੇ, ਇਮਾਨਦਾਰੀ ਹੋਵੇ, ਤੇ ਜੇਕਰ ਪੰਜਾਬ ਦੇ ਭਵਿੱਖ ਦੇ ਪ੍ਰਤੀ ਚਿੰਤਾ, ਸਮਰਪਣ ਤੇ ਸੁਹਿਰਦਤਾ ਹੋਵੇ ਤਾਂ ਮੇਰੇ ਖਿਆਲ ਦੇ ਨਾਲ ਇਵੇਂ ਦੀਆਂ ਜਿਹੜੀਆਂ ਸਮਾਜਿਕ ਤੌਰ ਦੇ ਉੱਪਰ ਜਨਮ ਲੈਣ ਵਾਲੀਆਂ ਜਥੇਬੰਦੀਆਂ ਨੇ, ਇਹਦੇ 'ਚੋਂ ਪੰਜਾਬ ਦਾ ਭਵਿੱਖ ਜਿਹੜਾ ਉਹਨੂੰ ਜ਼ਰੂਰ ਵੇਖਿਆ ਜਾ ਸਕਦਾ। ਤੁਹਾਨੂੰ ਨਹੀਂ ਲੱਗਦਾ ਕਿ ਵਾਰਿਸ ਪੰਜਾਬ ਦੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ? ਵਾਰਿਸ ਪੰਜਾਬ ਦਾ ਵਾਰਿਸ ਜੋ ਹੋਵੇ, ਆਮ ਇੱਕ ਇਨਸਾਨ ਨੂੰ ਨਹੀਂ ਦੇਖਿਆ ਜਾ ਸਕਦਾ, ਉਸਦੇ ਵਿੱਚ ਬਹੁਤ ਗੁਣ ਹੋਣੇ ਚਾਹੀਦੇ ਨੇ, ਇਤਿਹਾਸ ਵਿੱਚੋਂ ਉਹਦੇ ਵਿੱਚ ਖੂਬੀਆਂ ਹੋਣੀਆਂ ਚਾਹੀਦੀਆਂ ਨੇ। ਕਿਸ ਤਰ੍ਹਾਂ ਦਾ ਵਾਰਿਸ ਦੇਖਦੇ ਹੋ? ਕੋਈ ਇਤਿਹਾਸ ਦੇ ਵਿੱਚੋਂ ਅਜਿਹੀ ਮਿਸਾਲ ਤੁਸੀਂ ਦੇ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਵਾਰਿਸ ਪੰਜਾਬ ਦੇ ਹੋਣੇ ਚਾਹੀਦੇ ਨੇ, ਤੇ ਅੱਜ ਦੀ ਜਿਹੜੀ ਨੌਜਵਾਨੀ ਹੈ ਜਾਂ ਅੱਜ ਦਾ ਸਮਾਂ ਚੱਲ ਰਿਹਾ ਹੈ ਉਹਦੇ ਵਿੱਚੋਂ ਕੀ ਕੁਝ ਕੱਢਣਾ ਪਏਗਾ ਤਾਂ ਇੱਕ ਵਾਰਿਸ ਪੰਜਾਬ ਦਾ ਬਣ ਸਕਦਾ? ਜਦੋਂ ਅਸੀਂ ਵਾਰਿਸ ਦੀ ਗੱਲ ਕਰਨੀ ਹੁੰਦੀ ਆ ਤਾਂ ਉਹਦੇ ਵਿੱਚ ਸਾਡਾ ਅਤੀਤ ਜਿਹੜਾ ਵਾਲਦੀਅਤ 'ਚ ਪਿਆ ਹੁੰਦਾ ਕਿ ਸਾਡੀ ਵਾਲਦੀਅਤ ਕੀ ਹੈ, ਸਾਡਾ ਅਤੀਤ ਕੀ ਹੈ, ਸਾਡਾ ਇਤਿਹਾਸ ਕੀ ਹੈ, ਸਾਡੀ ਤਵਾਰੀਖ ਕੀ ਹੈ। ਸੋ ਸਭ ਤੋਂ ਪਹਿਲਾਂ ਅਸੀਂ ਉਹ ਪੈਰਾਮੀਟਰ ਵੇਖਦੇ ਹਾਂ ਕਿ ਸਾਡੇ ਵਡੇਰਿਆਂ ਦੇ ਪੈਰਾਮੀਟਰ ਕੀ ਸੀ। ਸੋ ਉਹਦੇ ਵਿੱਚ ਜਦੋਂ ਤੁਸੀਂ 18ਵੀਂ ਸਦੀ 'ਚ ਵੇਖੋਗੇ ਤਾਂ ਤੁਹਾਨੂੰ ਅੱਜ ਦਾ ਵਾਰਿਸ ਜਿਹੜਾ ਆਪਣੇ ਆਪ ਨੂੰ ਪੰਜਾਬ ਦਾ ਅਖਾਉਂਦਾ ਹੈ ਤਾਂ ਉਹਨੂੰ ਕਿਤੇ ਨਾ ਕਿਤੇ ਸਰਦਾਰ ਕਪੂਰ ਸਿੰਘ ਵਰਗਾ ਸਮਰਪਣ ਦੀ ਲੋੜ ਹੈ, ਕਿਤੇ ਬਾਬਾ ਬੰਦਾ ਸਿੰਘ ਬਹਾਦਰ ਵਰਗੀ ਸ਼ਹਾਦਤ ਵੀ ਦੇਣੀ ਪੈ ਸਕਦੀ ਹੈ, ਕਿਤੇ ਉਸ ਜੱਸਾ ਸਿੰਘ ਆਹਲੂਵਾਲੀਆ ਵਰਗੀ ਰਾਜਸੀ ਸੋਚ ਦੀ ਲੋੜ ਹੈ, ਕਿਤੇ ਉਹਨੂੰ ਸਰਦਾਰ ਜੱਸਾ ਸਿੰਘ ਰਾਮਗੜੀਆ ਵਰਗੇ ਭਰਾਤਰੀ ਭਾਵ ਦੀ ਲੋੜ ਹੈ। ਸੋ ਜਦੋਂ ਤੁਸੀਂ ਅੱਜ ਵਾਰਿਸ ਦੀ ਗੱਲ ਕਰਨੀ ਹੈ ਤੇ ਤੁਹਾਡੇ ਸ਼ਬਦ ਬਿਲਕੁਲ ਐਕੂਰੇਟ ਨੇ ਵੀ ਇਹ ਕੇਵਲ ਹਵਾ 'ਚ ਛੱਡਿਆ ਨਾਮ ਨਹੀਂ ਹੈਗਾ, ਇਹਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਕਿਉਂਕਿ ਵਾਰਿਸ ਜਿਹੜਾ ਉਹੀ ਹੋ ਸਕਦਾ ਜਿਹੜਾ ਵਾਲਦੀਅਤ ਨੂੰ ਸਾਂਭਦਾ ਹੈ। ਤੇ ਜੇਕਰ ਤੁਸੀਂ ਆਪਣੇ ਵਿਰਸੇ ਨੂੰ ਸਾਂਭਣਾ ਤੇ ਵਾਰਿਸ ਫੇਰ ਹੋ ਸਕਦੇ ਹੋ। ਤੇ ਤੁਹਾਡੇ ਵਿਰਸੇ ਦੇ ਵਿੱਚ ਇਤਿਹਾਸ ਦੀਆਂ ਇੰਨੀਆਂ ਜ਼ਿਆਦਾ ਵੱਡੇ ਮਾਪਦੰਡ ਤੇ ਪੈਰਾਮੀਟਰਸ ਪਏ ਨੇ ਕਿ ਅੱਜ ਜੇ ਅਸੀਂ ਕਹੀਏ ਕਿ ਅਸੀਂ ਉਹਨਾਂ ਮਾਪਦੰਡਾਂ ਦੇ ਉੱਪਰ ਖਾਸ ਕਰਕੇ ਜੇ ਅਸੀਂ ਗੁਰੂ ਕਾਲ ਦੀ ਗੱਲ ਨੂੰ ਛੱਡ ਦਈਏ ਤੇ 1716 ਤੋਂ ਲੈ ਕੇ 1799 ਤੱਕ ਜਿਹੜੀ ਤੁਹਾਡੀ ਇੱਕ ਸਦੀ ਦਾ ਇਤਿਹਾਸ ਹੈ, ਜੇਕਰ ਅਸੀਂ ਉਹਨਾਂ ਮਾਪਦੰਡਾਂ ਦੇ ਉੱਪਰ ਪੂਰੇ ਨਹੀਂ ਉਤਰਾਂਗੇ ਤਾਂ ਫਿਰ ਵਾਰਿਸ ਅਖਾਉਣ ਦੇ ਕਾਬਲ ਨਹੀਂ ਰਹਾਂਗੇ। ਬਿਲਕੁਲ, ਜਦੋਂ ਵਿਰਾਸਤ ਨੂੰ ਦੇਖਿਆ ਜਾਂਦਾ ਜਾਂ ਆਪਣੇ ਆਪ ਨੂੰ ਕੋਈ ਵੀ ਵਾਰਿਸ ਕਹਾਉਂਦਾ ਕਿ ਅਸੀਂ ਪੰਜਾਬ ਦੇ ਵਾਰਿਸ ਹਾਂ ਜਾਂ ਅਸੀਂ ਵਿਰਸੇ ਦੇ ਵਾਰਿਸ ਹਾਂ ਤਾਂ ਬਹੁਤ ਸਾਰੀਆਂ ਗੱਲਾਂ ਉਹਦੇ ਵਿੱਚ ਆ ਜਾਂਦੀਆਂ ਹੈ। ਕੁਝ ਲੋਕ ਜਿਹੜੇ ਕਲਾਕਾਰ ਲੋਕ ਹੈਗੇ ਨੇ ਉਹ ਵੀ ਕਹਿੰਦੇ ਨੇ, ਕੁਝ ਨੱਚਣ ਗਾਉਣ ਵਾਲੇ ਵੀ ਕਹਿੰਦੇ ਨੇ ਅਸੀਂ ਪੰਜਾਬ ਦੇ ਵਾਰਿਸ ਹਾਂ, ਬਹੁਤ ਤਰ੍ਹਾਂ ਦੀ ਕੁਝ ਰਾਜਨੀਤਿਕ ਲੋਕ ਵੀ ਆਪਣੇ ਆਪ ਨੂੰ ਪੰਜਾਬ ਦੇ ਵਾਰਿਸ ਕਹਿੰਦੇ ਨੇ, ਕੁਝ ਧਾਰਮਿਕ ਲੋਕ ਵੀ ਆਪਣੇ ਆਪ ਨੂੰ ਵਾਰਿਸ ਕਹਿੰਦੇ ਨੇ। ਜਦੋਂ ਪੰਜਾਬ ਦੇ ਵਾਰਿਸ ਦੀ ਗੱਲ ਆਉਂਦੀ ਹੈ, ਅਸੀਂ ਧਰਮ ਤੋਂ ਵੀ ਨਾ ਗੱਲ ਇੱਕ ਧਾਰਮਿਕ ਸ਼ਖਸੀਅਤ ਦੀ ਵੀ ਨਾ ਕਰੀਏ, ਸਾਰਿਆਂ ਨੂੰ ਮਿਲਾ ਕੇ ਤੁਸੀਂ ਕਿੱਦਾਂ ਦੇਖਦੇ ਹੋ ਕਿ ਵਾਰਿਸ ਪੰਜਾਬ ਦਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਕੋਈ ਧਾਰਮਿਕ ਕੱਟੜਤਾ ਵੀ ਨਾ ਹੋਵੇ, ਸਾਰਾ ਕੁਝ ਮਿਲਾ ਕੇ ਇੱਕ ਸੁਮੇਲ ਹੋਵੇ? ਜੇ ਸਹੀ ਰੂਪ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਵਾਰਿਸ ਪੰਜਾਬ ਦਾ ਕਿਵੇਂ ਹੋਵੇ ਜਾਂ ਇਤਿਹਾਸ ਦੇ ਵਿੱਚ ਉਸ ਸ਼ਖਸੀਅਤ ਨੂੰ ਸਾਹਮਣੇ ਰੱਖ ਕੇ ਅਸੀਂ ਗੱਲ ਕਰਨੀ ਹੋਵੇ ਤਾਂ ਮੈਨੂੰ ਲੱਗਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਉਵੇਂ ਦੀ ਸ਼ਖਸੀਅਤ ਨੇ ਜਿਹੜੇ ਸੱਚਮੁੱਚ ਹੀ ਇਸ ਗੁਰੂ ਕਾਲ ਦੀ ਚੱਲ ਰਹੀ ਪਰੰਪਰਾ ਹੈ ਜਾਂ ਫਿਰ ਉਸ ਜਿਹੜਾ ਖਿੱਤਾ ਹੈ ਜਿਸ ਖਿੱਤੇ ਦੇ ਵਿੱਚ ਇੰਨੀਆਂ ਵੱਡੀਆਂ ਸ਼ਹਾਦਤਾਂ ਹੋਈਆਂ ਉਹਦੇ ਵਾਰਿਸ ਸਨ। ਸੋ ਜਦੋਂ ਤੁਸੀਂ ਵਾਰਿਸ ਦੀ ਕੁਆਲਿਟੀਜ਼ ਦੀ ਗੱਲ ਕਰਨੀ ਹੈ ਤਾਂ ਉਹਦੇ ਵਿੱਚ ਅਹਿਮ ਗੱਲ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ ਕਿ ਜਦੋਂ ਬੰਦਾ ਸਿੰਘ ਬਹਾਦਰ ਮਾਝੇ ਦੇ ਇਲਾਕੇ ਦੇ ਵਿੱਚ ਹੈ ਅਤੇ ਕਲਾਨੌਰ ਦੇ ਇਲਾਕੇ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿਹੜੀਆਂ ਖਬਰਾਂ ਦੇਣ ਵਾਲਾ ਸੂਹੀਆ ਹੈ ਉਹ ਹੈ ਭਗਵਤੀ ਦਾਸ। ਅਤੇ ਭਗਵਤੀ ਦਾਸ ਰਾਜਾ ਫਰਕਸ਼ੀਅਰ ਨੂੰ ਇੱਕ ਖਬਰ ਭੇਜਦਾ, ਉਹ ਖਬਰ ਬੜੀ ਅਹਿਮ ਹੈ। ਕਹਿੰਦਾ ਕਿ ਸਾਨੂੰ ਪਤਾ ਲੱਗਾ ਹੈ ਕਿ ਬੰਦਾ ਜਿਹੜਾ ਇਸ ਇਲਾਕੇ ਦੇ ਵਿੱਚ ਹੈ ਬੰਦਾ ਸਿੰਘ ਬਹਾਦਰ, ਅਤੇ ਕਹਿੰਦਾ ਹੈਰਾਨਗੀ ਦੀ ਗੱਲ ਹੈ ਕਿ ਬਹੁਤ ਸਾਰੇ ਮੁਸਲਮਾਨਾਂ ਨੇ ਉਸ ਦੀ ਫੌਜ ਦੇ ਵਿੱਚ ਸ਼ਮੂਲੀਅਤ ਕਰ ਲਈ ਹੈ ਅਤੇ ਉਹਨਾਂ ਮੁਸਲਮਾਨਾਂ ਨੂੰ ਬਾਕਾਇਦਾ ਤੌਰ ਦੇ ਉੱਪਰ ਉਹਨਾਂ ਦੇ ਧਾਰਮਿਕ ਨਿਯਮ ਜਿਹੜੇ ਨੇ ਉਹਨਾਂ ਨੂੰ ਨਿਭਾਉਣ ਦੀ ਭਾਵ ਕਿ ਨਮਾਜ਼ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਬਾਕੀਆਂ ਨਾਲੋਂ ਵੱਧ ਜਿਹੜੀ ਹੈ ਤਨਖਾਹ ਦਿੱਤੀ ਜਾਂਦੀ ਹੈ। ਸੋ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਵਾਰਿਸ ਪੰਜਾਬ ਦੇ ਦੀ ਗੱਲ ਕਰੋਗੇ ਅਤੇ ਉਹਦੇ ਵਿੱਚ ਤੁਸੀਂ ਜਿਹੜੇ ਸਟਰਕਚਰ ਦੀ ਗੱਲ ਕਰੋਗੇ ਜਾਂ ਜਿਹੜੇ ਪੰਜਾਬ ਦੀ ਗੱਲ ਕਰੋਗੇ, ਉਹਦੀ ਪੰਜਾਬ ਨੂੰ ਸਾਂਭਣ ਵਾਲੀ ਆਗੂ ਪ੍ਰਣਾਲੀ ਦੀ ਗੱਲ ਕਰੋਗੇ ਤਾਂ ਉਸ ਆਗੂ ਪ੍ਰਣਾਲੀ ਦੇ ਵਿੱਚ ਤੁਹਾਨੂੰ ਬਾਬਾ ਬੰਦਾ ਸਿੰਘ ਬਹਾਦਰ ਨਜ਼ਰ ਆਵੇਗਾ ਅਤੇ ਕੌਮ ਦੇ ਰਣਜੀਤ ਸਿੰਘ ਤੱਕ ਤੁਹਾਨੂੰ ਰਾਜ ਦੀਆਂ ਸਾਰੀਆਂ ਜਿਹੜੀਆਂ ਖੂਬੀਆਂ ਨੇ ਉਹ ਨਜ਼ਰ ਆਉਣਗੀਆਂ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਤਹਿਤ ਇੱਕ ਇਕੱਠ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਕੱਠੇ ਕੀਤਾ ਜਾਵੇ ਲੋਕਾਂ ਨੂੰ ਜਿਹੜੇ ਪੰਜਾਬ ਦਾ ਦਰਦ ਰੱਖਦੇ ਨੇ। ਪਰ ਪਿਛਲੇ ਦਿਨਾਂ ਵਿੱਚ ਘਟਨਾ ਹੁੰਦੀ ਹੈ ਕਿ ਕੇਸਗੜ੍ਹ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਹੋ ਜਾਂਦੀ ਗੁਰੂ ਸਾਹਿਬ ਦੀ, ਅਤੇ ਉਸ ਬੇਅਦਬੀ ਨੂੰ ਜਿਹੜਾ ਹੈਗਾ ਹੋਣ ਦੇ ਬਾਵਜੂਦ ਵੀ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਖਾਲਸਾ ਜਿਹੜੇ ਰੋਹ ਰੀਤਾਂ ਸੀ, ਗੁਰ ਕੀ ਨਿੰਦਾ ਸੁਨੇ ਨਾ ਕਾਨ, ਜਦੋਂ ਬੇਅਦਬੀ
ਸ਼੍ਰੀ ਦਰਬਾਰ ਸਾਹਿਬ ਦੀ ਹੁੰਦੀ ਹੈ ਤਾਂ ਬਾਬਾ ਬੋਤਾ ਸਿੰਘ ਗਰਜਾ ਸਿੰਘ ਵੀ ਜਾਂਦੇ ਆ, ਸੁੱਖਾ ਸਿੰਘ ਮਹਿਤਾਬ ਸਿੰਘ ਵੀ ਉਸ ਸਮੇਂ ਦੇ ਮੁਤਾਬਕ ਖੜ੍ਹ ਜਾਂਦੇ ਜਾ ਕੇ। ਅੱਜ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਲਈ ਨੌਜਵਾਨ ਤਾਂ ਬਹੁਤ ਆ ਗਏ, ਪਰ ਬੇਅਦਬੀ ਦਾ ਉਹ ਦੁੱਖ ਉਸ ਤਰ੍ਹਾਂ ਕਿਸੇ ਨੇ ਨਹੀਂ ਮਨਾਇਆ ਜਿਸ ਤਰ੍ਹਾਂ ਉਹ ਸਿੰਘਾਂ ਨੇ ਮਨਾਇਆ ਸੀ। ਕੀ ਲੱਗਦਾ ਅੱਜ ਕਿੱਦਾਂ ਦੀ ਲੋੜ ਹੈ ਉਹ ਜਜ਼ਬਾ ਪੈਦਾ ਕਰਨ ਦੀ? ਜਦੋਂ ਸਾਡੇ ਵਿੱਚ ਉਹ ਜਜ਼ਬਾਤ ਪੈਦਾ ਹੋਏ ਤਾਂ ਉਦੋਂ ਜਿਹੜੀਆਂ ਸਿੱਖਾਂ ਦੀਆਂ ਸ਼ਖਸੀਅਤਾਂ ਤੇ ਜਿਹੜੀ ਸਿੱਖਾਂ ਦੀ ਜਥੇਬੰਦਕ ਘਾੜ ਸੀ ਉਹ ਸਿਲੈਕਸ਼ਨ ਦੇ ਵਿੱਚੋਂ ਹੁੰਦੀ ਸੀ, ਜਿਹੜੀ ਗੁਰੂ ਸਾਹਿਬ ਨੇ ਪੰਜ ਪ੍ਰਧਾਨੀ ਸਿਸਟਮ ਦੇ ਵਿੱਚੋਂ 5 ਪੈਰਾਂ ਦੀ ਚੋਣ ਕਰਕੇ ਸਾਡੇ ਸਾਹਮਣੇ ਪ੍ਰੈਕਟੀਕਲ ਰੂਪ 'ਚ ਰੱਖ ਦਿੱਤੀ ਸੀ। ਉਸ ਤੋਂ ਬਾਅਦ ਜਦੋਂ ਅਸੀਂ ਅੱਜ ਗੱਲ ਕਰਦੇ ਹਾਂ ਤੇ ਅੱਜ ਜਿਹੜੀ ਗੁਰਦੁਆਰਿਆਂ ਦੇ ਉੱਪਰ ਨੁਮਾਇੰਦਾ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੀ ਚੋਣ ਇਲੈਕਸ਼ਨ 'ਚੋਂ ਆ ਰਹੀ ਹੈ। ਸੋ ਸਿਲੈਕਸ਼ਨ ਤੇ ਇਲੈਕਸ਼ਨ ਦੇ ਵਿੱਚ ਬੇਸਿਕ ਫਰਕ ਇਹੀ ਹੁੰਦਾ ਹੈ ਕਿ ਇਲੈਕਸ਼ਨ ਦੇ ਵਿੱਚ ਜਦੋਂ ਲੋਕ ਸਿਰਾਂ ਦੀ ਗਿਣਤੀ ਦੇ ਵਿੱਚੋਂ ਆਉਂਦੇ ਨੇ ਤੇ ਉਹਨਾਂ ਦੇ ਵਾਸਤੇ ਉਹਦਾ ਪ੍ਰਧਾਨ ਹੁੰਦਾ, ਧਰਮ ਪ੍ਰਧਾਨ ਨਹੀਂ ਹੁੰਦਾ। ਤੇ ਜਦੋਂ ਅਹੁਦੇ ਪ੍ਰਧਾਨ ਦੇ ਵਿੱਚੋਂ ਜਿਹੜੇ ਇਸ ਤਰ੍ਹਾਂ ਦੇ ਲੋਕ ਜਦੋਂ ਗੁਰਦੁਆਰਿਆਂ ਦੀ ਨੁਮਾਇੰਦਾ ਸੰਸਥਾਵਾਂ ਦੇ ਉੱਪਰ ਕਾਬਜ਼ ਹੋਣਗੇ ਤਾਂ ਉਹ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਰਵੱਈਆ ਹੀ ਰੱਖਣਗੇ ਜਿਹਦੇ ਵਿੱਚ ਉਹਨਾਂ ਨੂੰ ਕਿਸੇ ਵੀ ਹਾਲਾਤ ਦੇ ਵਿੱਚ ਕੋਈ ਕੁਰਬਾਨੀ ਜਾਂ ਕੋਈ ਕਹਿ ਸਕਦੇ ਹੋ ਕਿ ਸਮਰਪਣ ਨਾ ਕਰਨਾ ਪਵੇ। ਸੋ ਵੇਖੋ, ਇਹ ਮੇਰੇ ਖਿਆਲ ਦੇ ਨਾਲ ਹੁਣ ਤੱਕ ਦਾ ਇਤਿਹਾਸ ਦੇ ਵਿੱਚ ਕੋਈ ਛੋਟੀ ਮੋਟੀ ਹੋਰ ਘਟਨਾ ਲੱਭ ਜਾਵੇ ਤਾਂ ਮੈਂ ਕਹਿ ਨਹੀਂ ਸਕਦਾ, ਪਰ ਮੇਰੇ ਖਿਆਲ ਦੇ ਨਾਲ ਹੁਣ ਤੱਕ ਦਾ ਇਤਿਹਾਸ ਦੇ ਵਿੱਚ ਸਿੱਖਾਂ ਦੇ ਵਾਸਤੇ ਧਾਰਮਿਕ ਤੌਰ ਤੇ ਸਭ ਤੋਂ ਵੱਡਾ ਚੈਲੰਜ ਸੀ ਕਿ ਜਿਸ ਤਖਤ ਦੇ ਉੱਪਰੋਂ ਬੇਸ਼ੱਕ ਕਿ ਸਾਨੂੰ 6ਵੇਂ ਪਾਤਸ਼ਾਹ ਦੇ ਸਮੇਂ ਤੋਂ ਲੈ ਕੇ 7ਵੇਂ ਪਾਤਸ਼ਾਹ ਤੋਂ ਫਿਰ 8ਵੇਂ ਪਾਤਸ਼ਾਹ ਦੇ 9ਵੇਂ ਪਾਤਸ਼ਾਹ ਦੇ ਤੰਬਾਕੂ ਦੇ ਵਿਰੋਧ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਆਪਣੇ ਸਿੱਖਾਂ ਨੂੰ ਦਿੱਤੇ ਜਿਹੜੇ ਉਪਦੇਸ਼ ਨੇ ਮਿਲ ਜਾਂਦੇ ਨੇ, ਪਰ ਇੱਕ ਖਾਸ ਕਰਕੇ ਜਥੇਬੰਦਕ ਢਾਂਚੇ ਦੀ ਉਸਾਰੀ ਕਰਨ ਦੇ ਸਮੇਂ ਤੇ ਖਾਲਸੇ ਨੂੰ ਪ੍ਰਗਟ ਕਰਨ ਦੇ ਸਮੇਂ ਜਿਸ ਤਖਤ ਦੇ ਉੱਪਰ ਖੜੇ ਹੋ ਕੇ ਕਲਗੀਧਰ ਪਾਤਸ਼ਾਹ ਨੇ ਇਹ ਗੱਲ ਹੁਕਮਨਾਮਿਆਂ ਦੇ ਰੂਪ 'ਚ ਕਹੀ ਹੋਵੇ ਸਿੱਖਾਂ ਨੂੰ ਕਿ ਜਗਤ ਝੂਠ ਤੰਬਾਕੂ ਨਾ ਸੇਵ, ਉਸ ਅਸਥਾਨ ਦੇ ਉੱਪਰ ਤੰਬਾਕੂ ਦੀ ਵਰਤੋਂ ਕਰਕੇ ਇਸ ਤਰ੍ਹਾਂ ਦੀ ਬੇਅਦਬੀ ਕੀਤੀ ਜਾਵੇ ਤੇ ਮੇਰੇ ਖਿਆਲ ਦੇ ਨਾਲ ਕਿ ਸਿੱਖ ਇਤਿਹਾਸ ਦੇ ਵਿੱਚ ਸਿੱਖਾਂ ਦੇ ਵਾਸਤੇ ਸਭ ਤੋਂ ਵੱਡਾ ਚੈਲੰਜ ਸੀ। ਔਰ ਜਿਸ ਤਰ੍ਹਾਂ ਦੇ ਨਾਲ ਕੀਤਾ ਗਿਆ, ਵੇਖੋ ਤੁਸੀਂ, ਮੈਂ ਇੱਥੋਂ ਦੀ ਗੱਲ ਨਹੀਂ ਕਰਦਾ, ਇਸ ਦੇਸ਼ ਦੀ ਗੱਲ ਨਹੀਂ ਕਰਦਾ, ਵਿਦੇਸ਼ਾਂ ਦੇ ਵਿੱਚ ਵੀ ਇੰਜ ਹੁੰਦਾ ਹੈ ਕਿ ਜੇ ਕਿਸੇ ਇੱਕ ਖਾਸ ਅਪਰ ਕਾਸਟ ਕਮਿਊਨਿਟੀ ਦਾ ਬੱਚਾ ਕਲਾਸ ਦੇ ਵਿੱਚ ਜਾ ਕੇ ਫਾਇਰਿੰਗ ਕਰਕੇ ਟੀਚਰ ਤੇ ਬੱਚਿਆਂ ਨੂੰ ਮਾਰ ਵੀ ਦਿੰਦਾ ਨਾ ਤਾਂ ਸਰਕਾਰ ਦੇ ਕੋਲ ਉਹਦੇ ਕੋਲ ਬਚਾਉਣ ਦੇ ਵਾਸਤੇ ਬਹਾਨਾ ਹੁੰਦਾ ਕਿ ਬੱਚਾ ਮੈਂਟਲੀ ਤੌਰ ਤੇ ਡਿਸਟਰਬ ਸੀਗਾ। ਇਹੋ ਬਹਾਨਾ ਜਿਹੜਾ ਹੁਣ ਇੰਡੀਅਨ ਸਟੇਟ ਦੇ ਵੱਲੋਂ ਵਰਤਿਆ ਜਾਂਦਾ ਕਿ ਬੇਅਦਬੀ ਹੁੰਦੀ ਹੈ, ਬੰਦਾ ਡਰਾਈਵ ਕਰ ਸਕਦਾ, ਬੰਦਾ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲ ਸਕਦਾ, ਬੰਦਾ ਆਪਣੇ ਅਕਾਊਂਟ ਜਿਹੜੇ ਬੈਂਕ ਦੇ ਉਹ ਆਪਰੇਟ ਕਰ ਰਿਹਾ, ਪਰ ਜਦੋਂ ਬੇਅਦਬੀ ਦੀ ਗੱਲ ਆ ਕੇ ਸਿੱਖਾਂ ਦੇ ਵੱਲੋਂ ਸਜ਼ਾ ਦੇਣ ਦੀ ਗੱਲ ਹੁੰਦੀ ਫਿਰ ਕਿਹਾ ਜਾਂਦਾ ਕਿ ਬੰਦਾ ਮਾਨਸਿਕ ਤੌਰ ਦੇ ਉੱਪਰ ਪਰੇਸ਼ਾਨ ਸੀ। ਸੋ ਇਹ ਜਿਹੜੀਆਂ ਸਾਜ਼ਿਸ਼ੀ ਵਿਧ ਦੇ ਵਿੱਚ ਕੀਤੀਆਂ ਜਾ ਰਹੀਆਂ ਇਵੇਂ ਦੀਆਂ ਕਾਰਵਾਈਆਂ ਨੇ, ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟਾਸਕ ਫੋਰਸ ਜਿਹੜਾ ਕੀਤਾ ਹੈ ਉਹਦੇ ਕੋਲ ਕੁਛ ਤਾਂ ਅਧਿਕਾਰਕ ਤਾਕਤਾਂ ਨੇ, ਕੁਛ ਸੰਵਿਧਾਨਕ ਤਾਕਤਾਂ ਨੇ ਕਿ ਇਵੇਂ ਦੇ ਬੰਦਿਆਂ ਨੂੰ, ਮੈਂ ਨਹੀਂ ਕਹਿੰਦਾ ਕਿ ਜਾਨੋਂ ਮਾਰ ਦੇਣਾ, ਪਰ ਇੱਕ ਸਖਤ ਸਜ਼ਾ ਤਾਂ ਦਿੱਤੀ ਜਾ ਸਕਦੀ ਹੈ, ਪਰ ਉਹਨਾਂ ਦੇ ਕੋਲ ਕੋਈ ਵੀ ਇਸ ਤਰ੍ਹਾਂ ਦੀ ਸੰਵਿਧਾਨਕ ਤਾਕਤ ਮੈਨੂੰ ਲੱਗਦਾ ਜੇ ਹੈ ਵੀ ਹੈ ਤਾਂ ਵਰਤੋਂ ਸਿੱਖਾਂ ਦੇ ਉੱਪਰ ਤਾਂ ਜ਼ਰੂਰ ਕੀਤੀ ਜਾਂਦੀ ਹੈ। ਤੁਸੀਂ ਸਰੂਪਾਂ ਦੇ ਵਾਸਤੇ, ਬੇਅਦਬੀ ਦੇ ਵਾਸਤੇ ਕੋਈ ਮੋਰਚਾ ਲਾਓ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਖਿਲਾਫ ਕੋਈ ਗੱਲ ਕਰੋ ਤੇ ਤੁਹਾਨੂੰ ਇਹੀ ਟਾਸਕ ਫੋਰਸ ਜਿਹੜੀ ਆ ਪ੍ਰਕਰਮਾਂ 'ਚ ਲੰਮੇ ਪਾ ਕੇ ਕੁੱਟਦੀ ਹੈ, ਪਰ ਜਦੋਂ ਇਵੇਂ ਦੀ ਬੇਅਦਬੀ ਹੁੰਦੀ ਉਦੋਂ ਟਾਸਕ ਫੋਰਸ ਦੇ ਜਿਹੜੇ ਸਿੰਘ ਜਾਂ ਬਲਸ਼ਾਲੀ ਸ਼ੇਰ ਨੇ ਕਿੱਥੇ ਜਾਂਦੇ ਕੁਝ ਨਹੀਂ ਪਤਾ ਲੱਗਦਾ। ਪਹਿਲਾਂ ਬੇਅਦਬੀਆਂ ਪਿੰਡਾਂ ਦੇ ਗੁਰੂ ਘਰਾਂ ਦੇ ਵਿੱਚ ਹੋਣੀਆਂ ਆਰੰਭ ਹੁੰਦੀਆਂ ਨੇ, ਪਿੰਡ ਦਰ ਪਿੰਡ ਬੇਅਦਬੀ ਹੁੰਦੀ ਹੈ, ਪਰ ਉਹ ਦੇਖ ਲੈਂਦੇ ਨੇ ਕਿ ਸਿੱਖ ਨਹੀਂ ਬੋਲਦੇ, ਇਹਨਾਂ ਦੇ ਵਿੱਚ ਉਹ ਗੱਲ ਨਹੀਂ ਰਹੀ ਕਿ ਚੋਟ ਕਰਨ ਉਸ ਚੀਜ਼ ਨੂੰ ਸੀਰੀਅਸਲੀ ਲੈਣ ਜਾਂ ਇਹਨਾਂ ਦੇ ਜਜ਼ਬਾਤ ਹਰਟ ਹੋਣ, ਪਰ ਜਦੋਂ ਉੱਥੇ ਜਜ਼ਬਾਤ ਹਰਟ ਨਹੀਂ ਹੁੰਦੇ ਤਾਂ ਤਖਤ ਨੂੰ ਹੱਥ ਪਾ ਲਿਆ ਜਾਂਦਾ, ਪਰ ਫਿਰ ਵੀ ਜਿਹੜੇ ਹੈਗੇ ਨੇ ਉਹ ਸਿੱਖਾਂ ਦੇ ਵਿੱਚ ਉਹ ਰੋਸ ਦੇਖਣ ਨੂੰ ਨਹੀਂ ਮਿਲਦਾ। ਕੀ ਲੱਗਦਾ ਜਿਹੜੀ ਸਾਜ਼ਿਸ਼ ਹੈ ਇਹ ਕਿਤੇ ਨਾ ਕਿਤੇ ਤਾਂ ਸਾਜ਼ਿਸ਼ ਪਿੱਛੇ ਘੜੀ ਗਈ ਹੋਏਗੀ ਨਾ, ਹੌਲੀ ਹੌਲੀ ਆਦੀ ਬਣਾਇਆ ਜਾਂਦਾ ਸਿੱਖਾਂ ਨੂੰ ਕਿ ਇਹ ਚੀਜ਼ਾਂ ਨੂੰ ਉਹ ਕਾਮਨ ਸਮਝਦੇ ਜਾਣ ਕਿ ਆਮ ਵਰਗੀਆਂ ਘਟਨਾਵਾਂ ਨੇ ਇਹ, ਫਿਰ ਤਖਤ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਹੱਥ ਤਖਤ ਨੂੰ ਪਾ ਲਿਆ ਜਾਂਦਾ। ਅੱਜ ਕੌਮ ਦੀ ਹਾਲਤ ਕਿੱਥੇ ਦੇਖਦੇ ਹੋ ਕਿ ਕਿੱਥੇ ਖੜੇ? ਵੇਖੋ ਤੁਸੀਂ ਵੀਰ ਜੀ, ਜਦੋਂ ਇਸ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਇੱਕ ਲੋਕਾਂ ਦੀ ਮਾਨਸਿਕ ਨੂੰ ਸਮਝਣ ਦੀ ਪ੍ਰਕਿਰਿਆ ਦੇ ਰੂਪ ਦੇ ਵਿੱਚ ਵੇਖੋਗੇ ਨਾ, ਤੇ ਜਿਹੜਾ ਹਿਟਲਰ ਦਾ ਪ੍ਰੋਪੇਗੈਂਡਾ ਸੈਕਟਰੀ ਸੀ ਜੋਸਫ ਗੋਬਲਸ, ਉਹ ਇੱਕ ਗੱਲ ਕਹਿੰਦਾ ਹੈ ਕਿ ਬਾਰ-ਬਾਰ ਕਿਸੇ ਚੀਜ਼ ਦਾ ਦੁਹਰਾਅ ਲੋਕਾਂ ਦੀ ਪ੍ਰਤੀਕਿਰਿਆ ਨੂੰ ਮਨਫੀ ਕਰ ਦਿੰਦਾ ਹੈ। ਜੇ ਮੈਂ ਤਾਂ ਆਰੰਭ ਤੋਂ ਗੱਲ ਕਰਾਂ ਤੇ ਤਕਰੀਬਨ 1925 ਦੇ ਵਿੱਚ ਜਦੋਂ ਰਾਸ਼ਟਰੀ ਸਵੈਮ ਸੇਵਕ ਸੰਘ ਹੋਂਦ 'ਚ ਆਉਂਦਾ ਹੈ ਤੇ ਉਦੋਂ ਤੋਂ ਲੈ ਕੇ ਮਤਲਬ ਕਿ ਡਾਕਟਰ ਹੈਡਗਵਾਰ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸੰਘ ਦੇ ਮੁਖੀ ਜਦੋਂ ਸੰਘ ਦੇ ਉੱਪਰ ਕਹਿ ਸਕਦੇ ਹੋ ਕਿ ਅਹੁਦਾ ਸੰਭਾਲਦੇ ਨੇ ਤਾਂ ਉਹਨਾਂ ਦਾ ਇੱਕੋ ਬਿਆਨ ਹੁੰਦਾ ਹੈ ਕਿ ਸਿੱਖ ਜਿਹੜੇ ਨੇ ਉਹ ਹਿੰਦੂ ਧਰਮ ਦਾ ਹਿੱਸਾ ਨੇ, ਜਿਹੜੇ ਸਿੱਖ ਨੇ ਉਹ ਕੇਸਾਧਾਰੀ ਹਿੰਦੂ ਨੇ, ਜਾਂ ਫਿਰ ਉਹਨਾਂ ਵੱਲੋਂ ਪੈਂਫਲੇਟ ਜਿਹੜੇ ਨੇ ਛਪਾਏ ਜਾਂਦੇ ਨੇ ਸਿੱਖਸ ਆਰ ਦਾ ਪਾਰਟ ਐਂਡ ਪਾਰਸਲ ਆਫ ਹਿੰਦੂ ਸੁਸਾਇਟੀ। ਉਹਦੇ ਨਾਲ ਕੀ ਹੁੰਦਾ ਕਿ ਜਦੋਂ ਸਭ ਤੋਂ ਪਹਿਲਾਂ ਇਹ ਬਿਆਨ ਰੱਜੂ ਪਈਆ ਦਿੰਦਾ, ਸਿੱਖਾਂ ਦਾ ਪ੍ਰਤੀਕਰਮ ਬੜੇ ਵੱਡੇ ਪੱਧਰ ਦੇ ਉੱਪਰ ਸੀ, ਅਗਲਾ ਮੁਖੀ ਬਣਦਾ, ਪ੍ਰਤੀਕਰਮ ਥੋੜ੍ਹਾ ਜਿਹਾ ਘਟ ਜਾਂਦਾ, ਅਗਲਾ ਮੁਖੀ ਬਣ ਜਾਂਦਾ, ਤੇ ਹੁਣ ਅਕਸਰ ਅਖਬਾਰਾਂ ਦੇ ਵਿੱਚ ਉਹਨਾਂ ਵੱਲੋਂ ਕਿਹਾ ਜਾਂਦਾ, ਲਿਖਿਆ ਜਾਂਦਾ, ਸਾਡਾ ਪ੍ਰਤੀਕਰਮ ਹੌਲੀ ਹੌਲੀ ਮਨਫੀ ਹੁੰਦਾ ਜਾ ਰਿਹਾ। ਦਰਅਸਲ ਸਮਾਜ ਦੇ ਵਿੱਚ ਇੱਕ ਮਾਨਸਿਕਤਾ ਹੁੰਦੀ ਹੈ ਕਿ ਜਦੋਂ ਉਹ ਵੇਖਦੇ ਨੇ ਕਿ ਪ੍ਰਤੀਕਰਮ ਹਿੰਸਕ ਰੂਪ ਦੇ ਵਿੱਚ ਨਹੀਂ ਹੋਇਆ ਤੇ ਫਿਰ ਪ੍ਰਤੀਕਰਮ ਦੀ ਪ੍ਰਤੀਕਿਰਿਆ ਘਟਦੀ ਜਾਂਦੀ ਹੈ। ਬਿਲਕੁਲ ਇਹੀ ਕ੍ਰਾਈਟੇਰੀਆ ਬੇਅਦਬੀਆਂ ਦੇ ਵਿੱਚ ਹੈ ਕਿ ਉਹਨਾਂ ਨੇ ਇੱਕ ਬੇਅਦਬੀ ਕੀਤੀ, ਸਾਡਾ ਜਥੇਬੰਦਕ ਤੌਰ ਤੇ ਕੋਈ ਵੱਡੀ ਪ੍ਰਕਿਰਿਆ ਨਹੀਂ ਸੀ, ਦੂਸਰੀ ਹੋਈ ਪ੍ਰਕਿਰਿਆ ਦਾ ਜਿਹੜਾ ਕਹਿ ਸਕਦੇ ਹੋ ਕਿ ਮਾਪਦੰਡ ਘਟ
ਘਟ ਗਿਆ, ਤੀਜੀ 'ਚ ਘਟ ਗਿਆ, ਚੌਥੀ 'ਚ ਘਟ ਗਿਆ, ਤੇ ਹੁਣ ਉਹਨਾਂ ਨੂੰ ਇੰਝ ਲੱਗਾ ਕਿ ਨਹੀਂ ਸਿੱਖ ਪ੍ਰਤੀਕਿਰਿਆ ਕਰਨ ਦੇ ਯੋਗ ਨਹੀਂ ਰਹਿ ਗਏ। ਇਹ ਕੁਦਰਤੀ ਵਰਤਾਰਾ ਮਨੁੱਖਤੀ ਮਾਨਸਿਕਤਾ ਦੇ ਨਾਲ ਜਦੋਂ ਤੁਸੀਂ ਉਸ ਨੂੰ ਸਿਗਮੰਡ ਫਰਾਇਡ ਨੂੰ ਪੜ੍ਹੋਗੇ ਨਾ ਕਿ ਜਿਹੜੀ ਹਿਊਮਨ ਸਾਈਕੋਲੋਜੀ ਆ, ਤਾਂ ਉਹ 'ਚ ਪਤਾ ਲੱਗੇਗਾ ਕਿ ਬਾਰ-ਬਾਰ ਵਰਤਾਰਿਆਂ ਦਾ ਦੁਹਰਾ ਜਿਹੜਾ ਪ੍ਰਤੀਕਰਮ ਨੂੰ ਘਟਾ ਦਿੰਦਾ ਹੈ, ਪਰ ਘਟਾਉਂਦਾ ਉਦੋਂ ਹੈ ਜਦੋਂ ਤੁਹਾਡਾ ਪਹਿਲਾ ਪ੍ਰਤੀਕਰਮ ਹੀ ਉਸ ਕਰਮ ਦੇ ਪੱਧਰ ਦਾ ਨਹੀਂ ਹੁੰਦਾ। ਸੋ ਇਸ ਕਰਕੇ ਸਾਡਾ ਵਰਤਾਰਾ ਵਾਪਰ ਰਿਹਾ। ਸੋ ਬਿਲਕੁਲ ਤੁਸੀਂ ਕਿਹਾ ਕਿ ਜਿਹੜਿਆਂ ਇੱਕ ਵੱਡੀ ਸੋਚ ਜਿਹੜੀ ਹੈਗੀ ਇਹਦੇ ਪਿੱਛੇ ਕੰਮ ਕਰ ਰਹੀ ਹੈ, ਕਾਫੀ ਸਮੇਂ ਤੋਂ ਕੰਮ ਕਰਦੇ ਆ ਰਹੇ ਆ। ਜਿਹੜੀਆਂ ਪੁਸਤਕਾਂ 100 ਸਾਲਾਂ ਬੱਧੀ ਪਹਿਲਾਂ ਛਪਾ ਦਿੱਤੀਆਂ ਗਈਆਂ, ਅੱਜ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਇਹ ਤਾਂ 100 ਸਾਲ ਪਹਿਲਾਂ ਲਿਖਿਆ ਗਿਆ ਸੀ। ਸੋ ਇਹ ਸੱਚ ਹੈ, ਚੀਜ਼ਾਂ ਨੂੰ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਬਿਲਕੁਲ ਇਹ ਚੀਜ਼ਾਂ ਸੱਚੀਆਂ ਨੇ। ਸੋ ਜਿਹੜੀਆਂ ਇਹ ਘਟਨਾਵਾਂ ਨੇ ਇਹ ਅੱਗੇ ਜਾ ਕੇ ਬਹੁਤ ਵੱਡਾ ਘਾਣ ਕਰ ਸਕਦੀਆਂ ਕੌਮ ਦਾ। ਅੱਜ ਸਿੱਖਾਂ ਦੇ ਇਹ ਖਿਆਲ ਦੇ ਵਿੱਚ ਨਹੀਂ ਆ ਰਿਹਾ, ਤੁਹਾਨੂੰ ਲੱਗਦਾ ਕਿ ਬਹੁਤ ਵੱਡਾ ਕੁਝ ਹੋਣ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ, ਜਿਹਦੀ ਨੀਂਹ ਰੱਖੀ ਗਈ ਹੈ, ਜਿਹੜੀ ਪ੍ਰਕਿਰਿਆ ਇਹ ਚੱਲਦੀ ਆ ਰਹੀ ਹੈ? ਬਿਲਕੁਲ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਇਸ ਨੂੰ ਕਹਿ ਸਕਦੇ ਹੋ ਕਿ ਸਹੀ ਰੂਪ ਦੇ ਵਿੱਚ ਸਮਝਾ ਸਕਦਾ ਕਿ ਸਾਡੇ ਬਹੁਤ ਸਾਰੇ ਐਸੇ ਸਰੋਤ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀ ਜਿਹੜੀ ਮਿਥਿਹਾਸਿਕ ਮਿਲਾਵਟ ਹੋਈ ਸਿੱਖ ਇਤਿਹਾਸ ਦੇ ਤਵਾਰੀਖੀ ਸਰੋਤਾਂ ਦੇ ਵਿੱਚ। ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਕਿਉਂ ਅਸੀਂ ਕਹਿੰਦੇ ਹਾਂ, ਵੇਖੋ ਜਦੋਂ ਅਸੀਂ ਅੰਮ੍ਰਿਤਸਰ ਪਵਿੱਤਰ ਸ਼ਹਿਰ ਦੀ ਗੱਲ ਕਰਦੇ ਹਾਂ ਤਾਂ ਮਾਸ ਸ਼ਰਾਬ ਕਰਕੇ ਹਿੰਦੂ ਧਰਮ ਵਿਰੋਧ ਨਹੀਂ ਕਰਦਾ ਅੰਮ੍ਰਿਤਸਰ ਦੇ ਪਵਿੱਤਰ ਸ਼ਹਿਰ ਦੀ ਮੰਗ ਦਾ, ਉਹ ਤੰਬਾਕੂ ਦੇ ਕਰਕੇ ਵਿਰੋਧ ਕਰਦੇ ਨੇ। ਪਰ ਜਦੋਂ ਕਿ ਮਾਸ ਸ਼ਰਾਬ ਜਾਂ ਵੈਸੇ ਜਦੋਂ ਅਸੀਂ ਪਵਿੱਤਰ ਸ਼ਹਿਰ ਦੀ ਗੱਲ ਕਰਦੇ ਹਾਂ, ਮਥੁਰਾ ਦੀ ਗੱਲ ਕਰਦੇ ਹਾਂ, ਹਰਿਦੁਆਰ ਦੀ ਗੱਲ ਕਰਦੇ ਹਾਂ, ਉੱਥੇ ਮਾਸ ਸ਼ਰਾਬ ਦੇ ਉੱਪਰ ਵੀ ਪਾਬੰਦੀ ਲੱਗ ਜਾਂਦੀ ਹੈ, ਪਰ ਉੱਥੇ ਤੰਬਾਕੂ ਤੇ ਪਾਬੰਦੀ ਨਹੀਂ ਹੁੰਦੀ। ਪਰ ਜਦੋਂ ਅਸੀਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦੀ ਗੱਲ ਕਰਦੇ ਹਾਂ ਤਾਂ ਤੰਬਾਕੂ ਦੀ ਪਾਬੰਦੀ ਦੀ ਗੱਲ ਆਉਂਦੀ, ਪਹਿਲੀ ਗੱਲ। ਤੇ ਦੂਜੀ ਗੱਲ ਫਿਰ ਆ ਜਾਂਦੀ ਹੈ ਕਿ ਜਿਹੜੇ ਬਾਕੀ ਨਸ਼ੇ ਨੇ, ਜੇਕਰ ਤੰਬਾਕੂ ਨਸ਼ਾ ਹੈ, ਜੇਕਰ ਉਹ ਸਿੱਖੀ ਦੇ ਵਿੱਚ ਵਿਵਰਜਿਤ ਹੈ ਤੇ ਬਾਕੀ ਨਸ਼ਿਆਂ ਨੂੰ ਵੀ ਕੋਈ ਪ੍ਰਵਾਨਗੀ ਨਹੀਂ ਹੈ। ਪਰ ਜੇਕਰ ਤੁਸੀਂ ਸਾਡੇ ਪੁਰਾਣੇ ਸਰੋਤਾਂ 'ਚ ਜਾ ਕੇ ਵੇਖੋ, ਖਾਸ ਕਰਕੇ ਪਿਆਰਾ ਸਿੰਘ ਪਦਮ ਹੋਣਾ ਨੇ ਇੱਕ ਕਿਤਾਬ ਐਡਿਟ ਕੀਤੀ ਹੈ, ਹੁਕਮਨਾਮੇ ਮਾਫ ਕਰਨਾ ਰਹਿਤਨਾਮੇ, ਸਿੱਖਾਂ ਦੇ ਰਹਿਤਨਾਮੇ। ਉਹਨਾਂ ਦੇ ਵਿੱਚ ਇੱਕ ਭਾਈ ਦੇਸਾ ਸਿੰਘ ਦਾ ਰਹਿਤਨਾਮਾ, ਉਹਦੇ ਵਿੱਚ ਸ਼ਬਦ ਆਉਂਦਾ, ਰੱਤੀ ਫੀਮ ਸੋ ਮਾਸਾ ਭੰਗ ਇਨਕੋ ਸੇਵੇ ਸਦਾ ਨਸੰਗ, ਰਣਮੇ ਜਾਤ ਤੋਂ ਮਦਰਾ ਸੇਵੇ ਅਵਰ ਠਾਮ ਕਿਛ ਨਾਮ ਨਾ ਲੇਵੇ। ਵੀ ਸਿੱਖ ਨੂੰ ਜਿਹੜਾ ਲੜ ਲੱਗਿਆ ਸ਼ਰਾਬ ਪੀ ਲੈਣੀ ਚਾਹੀਦੀ ਹੈ, ਨਹੀਂ ਤੇ ਇੱਕ ਰੱਤੀ ਫੀਮ ਤੇ ਇੱਕ ਮਾਸਾ ਭੰਗ ਜਿਹੜੀ ਸਿੱਖ ਨੂੰ ਦਾ ਸੇਵਨ ਕਰਨਾ ਚਾਹੀਦਾ। ਹੁਣ ਬੇਸ਼ੱਕ ਉਹਨਾਂ ਨੇ ਸੰਪਾਦਨਾ ਕਰਦਿਆਂ ਉਹਦਾ ਖੰਡਨ ਕਰ ਦਿੱਤਾ ਕਿ ਆਹ ਬਲ ਗੁਰਮਤ ਅਨੁਸਾਰੀ ਨਹੀਂ ਹੈਗੀ, ਕਿਤੇ ਨਾ ਕਿਤੇ ਇਹ ਮਿਸਇੰਟਰਪ੍ਰੀਟੇਸ਼ਨ ਹੋ ਸਕਦੀ ਕਿਸੇ ਗੱਲ ਦੀ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਇਹਦੇ ਉੱਪਰ ਪ੍ਰਤੀਕਿਰਿਆ ਜ਼ਾਹਰ ਕਰਕੇ ਇਵੇਂ ਦੀਆਂ ਕਿਤਾਬਾਂ ਦੀ ਪ੍ਰਕਾਸ਼ਨਾ ਜਾਂ ਉਹਨਾਂ ਦੀ ਸੋਧ ਸਦਾਈ ਕਰਕੇ ਇਹਨਾਂ ਗੱਲਾਂ ਨੂੰ ਵਿੱਚੋਂ ਨਹੀਂ ਕੱਢਾਂਗੇ ਤਾਂ ਕਿਤੇ ਹੋ ਸਕਦਾ ਹੈ ਕਿ ਕੁਝ ਵੀਰ ਇਹ ਵੀ ਕਹਿ ਕਿ ਸਿੱਖਾਂ ਦੇ ਵਿੱਚ ਨਸ਼ੇ ਖਾਣੇ ਜਿਹੜੇ ਨੇ ਪ੍ਰਵਾਨਿਤ ਨੇ। ਸੋ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਕਿ ਲੰਬੇ ਸਮੇਂ ਤੋਂ ਜਿਹੜੀ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੀਆਂ ਮਰਜ਼ੀ ਅਨੁਸਾਰ ਕੀਤੀਆਂ ਤਬਦੀਲੀਆਂ ਹੁੰਦੀਆਂ ਨੇ, ਜਦੋਂ ਉਹ ਸਾਜ਼ਿਸ਼ੀ ਵਿਧ ਦੇ ਨਾਲ ਕੀਤੀਆਂ ਜਾਂਦੀਆਂ ਨੇ ਤੇ ਕੌਮ ਦੇ ਭਵਿੱਖ ਦੇ ਵਾਸਤੇ ਇੱਕ ਵੱਡੀ ਸਮੱਸਿਆ ਖੜੀ ਕਰ ਦਿੰਦੀਆਂ ਨੇ। ਤੁਹਾਨੂੰ ਲੱਗਦਾ ਹੈ ਕਿ ਸਿੱਖ ਸ਼ਸਤਰ ਦੇ ਮਾਰਿਆਂ ਨਹੀਂ ਮਰਦੇ ਤੇ ਸ਼ਾਸਤਰ ਦੀ ਸਿੱਖਾਂ ਨੂੰ ਸਮਝ ਨਹੀਂ ਹੈਗੀ, ਸ਼ਾਸਤਰ ਨਾਲ ਮਾਰ ਦਿੱਤਾ ਜਾਂਦਾ ਸਿੱਖਾਂ ਨੂੰ, ਤੇ ਇਹ ਨੀਤੀ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ? ਬਿਲਕੁਲ, ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ ਕਿ ਸਿੱਖ ਜਿਹੜਾ ਜਦੋਂ ਉਹਦੇ ਉੱਪਰ ਸਰੀਰਕ ਹਮਲਾ ਹੁੰਦਾ ਉਹ ਇੱਕਦਮ ਜਾਗਰੂਕ ਹੁੰਦਾ, ਚੇਤਨਤਾ ਦੇ ਵਿੱਚ ਆ ਜਾਂਦਾ, ਸੁਚੇਤ ਹੋ ਜਾਂਦਾ। ਪਰ ਉਹ ਜਦੋਂ ਸਿੱਖ ਦੇ ਉੱਪਰ ਮਾਨਸਿਕ ਹਮਲਾ ਹੁੰਦਾ ਨਾ ਤੇ ਉਹ ਹਮਲੇ ਨੂੰ ਸਮਝਣ ਦੇ ਵਿੱਚ ਇੱਕ ਦਹਾਕੇ ਲਾ ਦਿੰਦਾ। ਮੈਨੂੰ ਯਾਦ ਹੈ ਅੱਜ ਤੋਂ 20-25 ਸਾਲ ਪਹਿਲਾਂ ਮੈਂ ਇੱਕ ਗੱਲ ਕਹੀ ਕਿ ਸਿੱਖਾਂ ਨੂੰ ਜਿਹੜੀ ਕਿਤਾਬ ਸੀ ਲਾਲਾ ਦੌਲਤ ਰਾਏ ਦੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ, ਮੈਂ ਕਿਹਾ ਸਿੱਖਾਂ ਨੂੰ ਦਿੱਤਾ ਗਿਆ ਸ਼ੂਗਰ ਕੋਟਡ ਜ਼ਹਿਰ ਹੈ। ਵੀ ਮੇਰੇ ਖਿਲਾਫ ਪ੍ਰਤੀਕਿਰਿਆ ਹੋਈ, ਨਹੀਂ ਜੀ ਇੰਨੀ ਵਧੀਆ ਕਿਤਾਬ ਹੈ, ਤੁਸੀਂ ਇਹਦੇ ਖਿਲਾਫ ਗੱਲ ਕਰ ਰਹੇ ਹੋ, ਇਹ ਕਰ ਰਹੇ ਹੋ। ਤੇ ਹੁਣ 20-22 ਸਾਲ ਬਾਅਦ ਜਦੋਂ ਨੌਜਵਾਨਾਂ ਨੇ ਉਸ ਨੂੰ ਚੇਤਨਤਾ ਨਾਲ ਪੜ੍ਹਨਾ ਸ਼ੁਰੂ ਕੀਤਾ ਨਾ ਤੇ ਵਾਕਿਆ ਪਤਾ ਲੱਗਾ ਕਿ ਉਹ ਕਿਤਾਬ ਤਾਂ ਸ਼ੁਰੂਆਤ ਹੀ ਇੱਥੋਂ ਕਰਦੀ ਹੈ ਵੀ ਜਿਹੜੀ ਸਿੱਖਾਂ ਦੀ ਜਿਹੜੀ ਇਨਕਲਾਬੀ ਵਿਚਾਰਧਾਰਾ ਹੈ ਉਹ ਹਿੰਦੂਇਜ਼ਮ ਦੀ ਜਿਹੜੀ ਵਿਚਾਰਧਾਰਾ ਉਹਦਾ ਰਿਵਾਈਵਲ ਹੈ, ਕੋਈ ਵੱਖਰੀ ਨਹੀਂ ਹੈਗੀ। ਤਾਂ ਹੁਣ ਮੈਨੂੰ ਪੜ੍ਹ ਕੇ ਕਹਿਣਗੇ ਨਹੀਂ ਜੀ ਤੁਸੀਂ 20 ਸਾਲ ਪਹਿਲਾਂ ਗੱਲ ਠੀਕ ਹੀ ਕਹੀ ਸੀ। ਇਹਦਾ ਮਤਲਬ ਬੌਧਿਕ ਪੱਧਰ ਦੇ ਉੱਪਰ ਸਾਡਾ ਪ੍ਰਤੀਕਰਮ ਜਿਹੜਾ ਉਹ ਬਹੁਤ ਪਛੜਿਆ ਹੋਇਆ, ਪਰ ਸਰੀਰਕ ਤੌਰ ਤੇ ਤੁਸੀਂ ਮੈਨੂੰ ਗਾਲ ਕੱਢੋ, ਮੈਂ ਹੁਣ ਤੁਹਾਡੇ ਗੱਲ ਪੈ ਜਾਣਾ, ਸਰੀਰਕ ਤੌਰ ਤੇ ਅਸੀਂ ਇਸ ਤਰ੍ਹਾਂ ਦੇ ਹਾਂ। ਸੋ ਉਹਨਾਂ ਚੀਜ਼ਾਂ ਦੇ ਨਤੀਜੇ ਵੀ ਅਸੀਂ ਹੁਣ ਦੇਖ ਹੀ ਰਹੇ ਹਾਂ ਕਿ ਪ੍ਰਚਾਰਕ ਵੀ ਉਹ ਚੀਜ਼ਾਂ ਦਾ ਪ੍ਰਚਾਰ ਹੁਣ ਸਾਡੇ ਸਿੱਖ ਪ੍ਰਚਾਰਕ ਵੀ ਕਰਨ ਲੱਗ ਪਏ। ਹੁਣ ਆਪਾਂ ਨਾਮ ਨਹੀਂ ਲਈਏ ਤਾਂ ਚੰਗੀ ਗੱਲ ਹੈ, ਪਰ ਤੁਹਾਨੂੰ ਲੱਗਦਾ ਕਿ ਹੁਣ ਸਿੱਖਾਂ ਨੂੰ ਰਾਜਨੀਤੀ ਵੱਲ ਜਾਣ ਦੀ ਲੋੜ ਹੈ? ਕਿਉਂਕਿ ਧਰਮ ਦੀ ਰੋਸ਼ਨੀ ਲੈ ਕੇ ਜੇ ਰਾਜਨੀਤੀ ਵਿੱਚ ਸਿੱਖ ਜਾਣਗੇ, ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਿਲੇ ਹੈ, ਤਾਂ ਹੀ ਸਿੱਖ ਧਰਮ ਬਚ ਸਕਦਾ ਹੈ। ਵੇਖੋ ਕਈ ਵਾਰੀ ਚੀਜ਼ ਹੁੰਦੀ ਹੈ ਆਪਸ਼ਨਲ, ਕਈ ਵਾਰੀ ਚੀਜ਼ ਹੁੰਦੀ ਕੰਪਲਸਰੀ। ਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ 52 ਹੁਕਮਾਂ ਦੇ ਵਿੱਚ ਕੰਪਲਸਰੀ ਹੁਕਮ ਕੀਤਾ ਰਾਜਨੀਤੀ ਵੀ ਪੜ੍ਹਨੀ, ਕਿਉਂਕਿ ਰਾਜ ਸੱਤਾ ਦੀ ਪ੍ਰਾਪਤੀ ਦੇ ਵਾਸਤੇ ਰਾਜਨੀਤੀ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਸਿਆਸਤ ਦੇ ਉੱਪਰ ਕਾਬਜ਼ ਹੋਣ ਦੇ ਵਾਸਤੇ ਤੁਹਾਨੂੰ ਰਾਜਨੀਤੀ ਸ਼ਾਸਤਰ ਤੇ ਨੀਤੀ ਸ਼ਾਸਤਰ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਤੇ ਮੈਂ ਸੋਚਦਾ ਕਿ ਜਿਹੜੇ ਨੌਜਵਾਨਾਂ ਦੇ ਵਿੱਚ ਅੱਜ ਵੀ ਚੇਤਨਤਾ ਪੈਦਾ ਹੋ ਰਹੀ ਹੈ, ਉਹਨਾਂ ਨੂੰ ਸੰਸਾਰ ਦੀ ਰਾਜਨੀਤੀ, ਅੰਤਰਰਾਸ਼ਟਰੀ ਰਾਜਨੀਤੀ, ਕਿ ਅੱਜ ਰੌਥਚਾਈਲਡ ਘਰਾਣੇ ਕੀ ਕਰ ਰਹੇ ਨੇ, ਅੱਜ ਫ੍ਰੀ ਮੈਸਨਸ ਕੀ ਕਰ ਰਹੇ ਨੇ, ਅੱਜ ਲੂਮੀਨਾਟੀ ਕੀ
ਕਰ ਰਹੇ ਨੇ, ਉਹਨਾਂ ਦੀਆਂ ਵਿਚਾਰਧਾਰਾਵਾਂ ਕੀ ਨੇ, ਜਿਹੜਾ ਫਾਸਿਜ਼ਮ ਹੈ ਉਹਦੀਆਂ ਨਵੀਆਂ ਡੈਮੋਕ੍ਰੈਟਿਕ ਜਿਹੜੀਆਂ ਸ਼ਿਖਾਵਾਂ ਨੇ ਉਹ ਕਿਸ ਤਰ੍ਹਾਂ ਦੀਆਂ ਪੈਦਾ ਹੋ ਰਹੀਆਂ ਨੇ, ਭੈ ਕਿਵੇਂ ਸਿਰਜਿਆ ਜਾ ਰਿਹਾ ਜਾਂ ਭੈ ਦੇਣ ਦੀ ਪ੍ਰਕਿਰਿਆ ਦੇ ਵਿੱਚ ਬਹੁਤ ਸਾਰੀਆਂ ਕੌਮੀਅਤਾਂ ਦਾ ਘਾਣ ਕਿਵੇਂ ਕੀਤਾ ਜਾ ਰਿਹਾ, ਜੀਓਪੋਲਿਟਿਕਸ ਦੇ ਵਿੱਚ ਇਲਾਕੇ 'ਤੇ ਕਬਜ਼ਾ ਨਹੀਂ ਕਰਨਾ ਪਰ ਇਲਾਕੇ ਦੀ ਉਪਜ 'ਤੇ ਕਬਜ਼ਾ ਕਰਨਾ, ਜੋ ਕੁਛ ਪੰਜਾਬ ਦੀ ਕਿਸਾਨੀ ਦੇ ਨਾਲ ਹੋ ਰਿਹਾ, ਉਹ ਸਾਰਾ ਜੀਓਪੋਲਿਟੀਕਲ ਸਿਸਟਮ ਜਿਹੜਾ ਉਹ ਕਿੱਥੋਂ ਆ ਰਿਹਾ, ਉਹਨਾਂ ਸਾਰਿਆਂ ਨੂੰ ਅੱਜ ਸਾਨੂੰ ਸਮਝਣ ਦੀ ਜ਼ਰੂਰਤ ਹੈ। ਬਿਲਕੁਲ, ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਗੱਲਬਾਤ ਕਰ ਰਹੇ ਸੀ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਹੋਰਾਂ ਦੇ ਨਾਲ। ਉਹਨਾਂ ਨੇ ਕਿਹਾ ਕਿ ਆਪਣੇ ਵਿਚਾਰ ਪੇਸ਼ ਕੀਤੇ ਨੇ ਕਿ ਸਿੱਖ ਜਿਹੜੇ ਹੈਗੇ ਨੇ, ਸਿੱਖ ਧਰਮ ਦੇ ਸੰਦਰਭ ਦੇ ਵਿੱਚੋਂ ਜੇਕਰ ਵਾਰਿਸ ਪੰਜਾਬ ਦੀ ਗੱਲ ਕੀਤੀ ਜਾਂਦੀ ਹੈ ਤਾਂ ਵਾਰਿਸ ਪੰਜਾਬ ਦਾ ਜੇਕਰ ਦੇਖਿਆ ਜਾਵੇ ਤਾਂ ਉਸ ਨੂੰ ਇਤਿਹਾਸ ਦੇ ਪ੍ਰਪੇਖ ਦੇ ਵਿੱਚੋਂ ਉਹਨਾਂ ਸਾਰੇ ਜਿਹੜੇ ਸਾਡੇ ਇਤਿਹਾਸ ਦੇ ਵਿੱਚ ਸਾਡੇ ਸ਼ਹੀਦ ਹੋ ਚੁੱਕੇ ਨੇ, ਸਾਡੇ ਵਡੇਰੇ ਹੋ ਚੁੱਕੇ ਨੇ, ਉਹਨਾਂ ਦੇ ਜਿਹੜੇ ਰਾਹ ਦੇ ਉੱਤੇ ਚੱਲਦਾ ਹੋਣਾ ਚਾਹੀਦਾ। ਅਤੇ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜੇ ਵੱਖ-ਵੱਖ ਜਿਹੜੀ ਵਿਚਾਰਧਾਰਾਵਾਂ ਨੇ ਉਹਨਾਂ ਦੀਆਂ ਕਿਹੜੀਆਂ ਸ਼ਾਖਾਵਾਂ ਖੁੱਲ੍ਹ ਰਹੀਆਂ ਨੇ ਉਸ ਦੇ ਬਾਰੇ ਵੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਸੋ ਤੁਸੀਂ ਗੱਲਬਾਤ ਸੁਣੀ, ਇਸ ਦੇ ਬਾਰੇ ਵਿੱਚ ਜਿਹੜੇ ਤੁਹਾਡੇ ਵਿਚਾਰ ਨੇ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਹੋ। ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਚੰਡੀਗੜ੍ਹ।